करके फिर भी हौमे आ गई। वेखो फिर भी ये तुसी तुहाडे अंदर खैड़ा नहीं छड्ड रही। सारियां चीज़ां हालांकि पहले तो ही लै लो तुसी साध संगत जी, धन पदार्थ गुरु नूं अर्पण करना किते सौखा है? कोई सानू मान लो कोई हुक्म हो जाए सतगुरु वल्लों भी सारा कुछ ही तू दे देना है, बड़ी देर सोचनी विच पै जावांगे। आपां कहांगे ना जी ये तां नहीं हो सकदा। सारा कुछ देना बड़ा औखा है। फिर मन देना, चित्त दे विचार सारे दे देने भी हुण मैं गुरु तो इलावा कुछ चितवना ही नहीं। इन्ना कुछ दे के भी महाराज साहब कहते फिर होमे फिर तुसी इस नूं वरत लिया। महाराज साहब कहते ये तां तुसी पहिलां ही दे दित्ती भाई मैनूं, पर हुण तुसी फिर इहनूं अपने कोल धारण कीता है। सो तो हमको पूर्व दिनी। महाराज साहब कहते ये तां तुसी पूर्व दे दित्ती, पहिलां ही दे दित्ती, अर्पण कीती है। अंते करण स्वरूप सुचारो। कहते अंत करण दे स्वरूप चारों ही तुसी मैनू भेंट कर चुके हो। चारे चीज़ां तुसी मैनू दे चुके हो। सो दे डारे हृदय विसारो। महाराज साहब कहते हुणे चारे चीज़ां दे के विसार दवो कुछ भी। मन दे दिता, बुद्धि दे दित्ती, चित्त दे दिता, ते साध संगत जी हौमै मैं मेरी सारा कुछ तुसी गुरु नूं दे के हुण सारा कुछ विसार दवो। इतने परे जो हवै संदेहू। महाराज साहब कहते हुण तुसी दसो तुहाडे विच की संदेह है, की सवाल पुछना है तुसी, की कोई शक है तुहाडे अंदर? कहो हमसो उत्तर अपने हो। हुण सारा कुछ लैके महाराज साहब जी कहते कि हुण पुछो भाई, हुण असीं उत्तर दवांगे, हुण तुहानूं ज्ञान दवांगे। इस प्रकार के सुन कर बैना। ये सुन करके बचन दोवें जणियां ने करे विचार जो इंद्रे सैना। साध संगत जी कहण लगे इंद्र सैन ਅਤੇ ਭਾਈ ਝੰਡਾ ਜੀ ਦੋਵੇਂ ਜਣੇ ਸਤਿਗੁਰੂ ਦੇ ਸਾਹਮਣੇ ਬੈਠੇ ਸੀ। ਸਾਰਾ ਕੁਝ ਗੁਰੂ ਨੂੰ ਅਰਪਣ ਕਰ ਦਿੱਤਾ। ਹੁਣ ਕੋਈ ਵੀ ਫੁਰਨਾ ਨਹੀਂ ਸੀ ਬਣ ਰਿਹਾ ਅੰਦਰ, ਕੋਈ ਖਿਆਲ ਵੀ ਨਹੀਂ ਸੀ ਚੱਲ ਰਿਹਾ ਮਹਾਰਾਜ ਸਾਹਿਬ ਜੀ ਦੇ ਸਨਮੁਖ। ਬਿਲਕੁਲ ਵੀ ਨਿਰਸੰਕਲਪ ਹੋ ਗਿਆ ਮਨ, ਚਿੱਤ ਵਿੱਚ ਵੀ ਕੋਈ ਸੰਕਲਪ ਨਹੀਂ, ਕੋਈ ਚਿਤਵਨੀ ਨਹੀਂ, ਕੋਈ ਖਿਆਲ ਨਹੀਂ ਸੀ ਅੰਦਰ ਪੈਦਾ ਹੋ ਰਿਹਾ। ਬੈਠੇ ਤਬਹੇ ਲੱਗੀ ਸਮਾਦਾ। ਫੇਰ ਬਣਦੀ ਮਹਾਵੀਰ ਜੀ ਦੇ ਬਚਨ ਨੇ 48 ਸੈਕਿੰਡ ਤੱਕ ਕੋਈ ਆਪਣੇ ਅੰਦਰ ਮਨ ਨੂੰ ਟਿਕਾ ਲਵੇ ਸ਼ਬਦ ਵਿੱਚ। 48 ਸੈਕਿੰਡ, 1 ਮਿੰਟ ਨਹੀਂ ਹੁੰਦਾ ਪੂਰਾ। 48 ਸੈਕਿੰਡ ਤੱਕ ਕੋਈ ਆਪਣੇ ਮਨ ਦੀਆਂ ਚਿਤਵਨੀਆਂ ਨੂੰ ਰੋਕ ਲਵੇ, ਕਹਿਣ ਲੱਗੇ ਉਸ ਦੀ ਸਮਾਧੀ ਲੱਗ ਜਾਏਗੀ ਨਾਲ ਦੀ ਨਾਲ। ਹੁਣ ਮਹਾਰਾਜ ਸਾਹਿਬ ਜੀ ਦੇ ਸਾਹਮਣੇ ਵੇਖੋ ਜਦੋਂ ਕਹਿੰਦੇ ਇਹਨਾਂ ਦੇ ਮਨ ਦੇ ਵਿੱਚ ਕੋਈ ਫੁਰਨਾ ਨਹੀਂ, ਕਿਉਂਕਿ ਮਨ ਵੀ ਦੇ ਦਿੱਤਾ, ਬੁੱਧੀ ਵੀ ਦੇ ਦਿੱਤੀ, ਚਿੱਤ ਵੀ ਦੇ ਦਿੱਤਾ, ਹਉਮੈ ਮੈਂ ਮੇਰੀ ਜਦੋਂ ਕੁਝ ਵੀ ਨਾ ਅੰਦਰ ਰਿਹਾ, ਟੇਕ ਗਿਆ ਫਿਰ ਮਨ। ਮਹਾਰਾਜ ਸਾਹਿਬ ਜੀ ਦੇ ਸਨਮੁਖ ਫਿਰ ਉਹਨਾਂ ਦੀ ਸਮਾਧੀ ਲੱਗ ਗਈ ਦੋਵੇਂ ਜਣਿਆਂ ਦੀ। ਵਿਖਿਓ ਆਤਮਾ ਰੂਪ ਅਬਾਦਾ। ਸਾਰਾ ਕੁਝ ਛੱਡ ਕਰਕੇ ਮਨ ਜਿਹੜਾ ਸੀ ਉਹ ਅੰਦਰ ਟਿਕ ਗਿਆ, ਆਤਮਦਰਸ਼ੀ ਹੋ ਗਏ ਦੋਵੇਂ ਜਣੇ। ਇਸ ਵਿਦ ਦੇ ਤਿੰਨ ਕੋ ਉਪਦੇਸ਼ਾ। ਕਹਿ ਲਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਤੇ ਨਾਲ ਕਿਰਪਾ ਕੀਤੀ ਉਹਨਾਂ ਉੱਤੇ। ਬੋਲੇ ਬਹੁਰ ਬਚਨ ਜਗਤੇਸ਼ਾ। ਫਿਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਇੱਕਦਮ ਮਨ ਇਕਾਗਰ ਹੋ ਗਿਆ, ਇੱਕਦਮ ਮਨ ਜਦੋਂ ਟਿਕ ਗਿਆ, ਮਨ ਕਈ ਵਾਰੀ ਰੁਕ ਜਾਂਦਾ ਹੈ ਸਾਧ ਸੰਗਤ ਜੀ, ਪਰ ਚਿਤਵਨੀਆਂ ਨਹੀਂ ਰੁਕਦੀਆਂ। ਚਿਤਵਨੀਆਂ ਨਿਰੰਤਰ ਚੱਲ ਰਹੀਆਂ, ਲਗਾਤਾਰ ਚਿੱਤ ਦੇ ਵਿੱਚ ਕੁਝ ਨਾ ਕੁਝ ਚੱਲ ਰਹੀ ਸਾਡੇ ਕਹਾਣੀ, ਕੋਈ ਨਾ ਕੋਈ ਚਿਤਵਨੀ ਦੇ ਵਿੱਚ ਚੱਲ ਰਹੀ ਹੈ ਕੋਈ ਨਾ ਕੋਈ ਗੱਲ। ਜਦੋਂ ਸਾਰਾ ਕੁਝ ਹੀ ਖਤਮ ਹੋ ਗਿਆ, ਮਨ ਦੀ ਸੁੰਨ ਸਮਾਧੀ ਲੱਗ ਗਈ, ਜਦੋਂ ਮਨ ਟਿਕਾ ਵਿੱਚ ਆ ਗਿਆ ਪੂਰਨ ਤੌਰ ਤੇ, ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਿਉਂ ਬਚਨ ਕਰਦੇ ਹਨ ਉਹਨਾਂ ਨੂੰ। ਅਬ ਇਹ ਕੀਜੈ ਖਾਨ ਆਹਾਰਾ। ਮਹਾਰਾਜ ਸਾਹਿਬ ਜੀ ਕਹਿੰਦੇ ਬਸ ਬਈ ਹੁਣ ਭੋਜਨ ਛਕ ਲਓ ਤੁਸੀਂ, ਹੁਣ ਜੋ ਤੁਹਾਨੂੰ ਦੇਣਾ ਸੀ ਨਾ ਅਸੀਂ ਦੇ ਚੁੱਕੇ। ਅਸਲ ਵਿੱਚ ਇਹ ਇਕੱਲਾ ਉਪਦੇਸ਼ ਨਹੀਂ ਸੀ ਸਾਧ ਸੰਗਤ ਜੀ, ਉਪਦੇਸ਼ ਤਾਂ ਸਾਨੂੰ ਵੀ ਪਤਾ ਲੱਗ ਗਿਆ, ਇਕੱਲਾ ਉਪਦੇਸ਼ ਨਹੀਂ ਸੀ ਇਹ ਮਹਾਰਾਜ ਸਾਹਿਬ ਜੀ ਦਾ, ਉਹਨਾਂ ਦੀ ਕਮਾਈ ਸੀ। ਤੇ ਸਭ ਤੋਂ ਵੱਡੀ ਗੱਲ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਸੀ, ਕਿਰਪਾ ਵਰਤਾਈ ਮਹਾਰਾਜ ਸਾਹਿਬ ਜੀ ਨੇ। ਇਹ ਇਕੱਲਾ ਸੁਣ ਕੇ ਨਹੀਂ ਇਹ ਚੀਜ਼ ਬਣ ਜਾਂਦੀ, ਸਮਾਧੀ ਲੱਗ ਜਾਂਦੀ। ਇਹ ਮਹਾਰਾਜ ਸਾਹਿਬ ਜੀ ਨੇ ਕਿਰਪਾ ਵਰਤਾਈ, ਸ਼ਬਦ ਦੀ ਬਖਸ਼ਿਸ਼ ਕੀਤੀ ਉਹਨਾਂ ਉੱਤੇ। ਕਹਿਣ ਲੱਗੇ ਫਿਰ ਮਹਾਰਾਜ ਜੀ ਨੇ ਬਚਨ ਕੀਤਾ, ਕਹਿਣ ਲੱਗੇ ਆਓ ਫਿਰ ਹੁਣ ਆਪਾਂ ਭੋਜਨ ਛਕ ਲਈਏ। ਜੋ ਭੋਜਨ ਸਾਹਮਣੇ ਪਿਆ ਸੀ, 4 ਹਿੱਸਿਆਂ ਦਾ ਭੋਜਨ ਸੀ। ਮਹਾਰਾਜ ਸਾਹਿਬ ਕਹਿੰਦੇ ਆਓ ਪਿਆਰਿਓ ਆਪਾਂ ਭੋਜਨ ਛਕ ਲਈਏ। ਮੈਂ ਆਇਸ ਕੋ ਪਾਇ ਵਰਤਾਰਾ। ਭਾਈ ਬਾਲਾ ਜੀ ਕਹਿੰਦੇ ਮੈਨੂੰ ਸਤਿਗੁਰੂ ਨੇ ਹੁਕਮ ਕੀਤਾ, ਭਾਈ ਬਾਲਿਆ
ਭਾਈ ਮਰਦਾਨੇ ਨੇ ਪ੍ਰਸ਼ਾਦਾ ਛਕ ਲਿਆ, ਹੁਣ ਆਪਾਂ 4 ਜਣੇ ਆ, ਇਹ ਵਰਤਾ ਹੁਣ ਤੂੰ ਆਪਾਂ ਛਕ ਲਈਏ। ਸ੍ਰੀ ਗੁਰ ਤਬ ਨਿਜ ਕਰ ਮਹਿਲੀਨੋ। ਕਹਿਣ ਲੱਗੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣ ਲੱਗੇ ਮੈਂ ਪ੍ਰਸ਼ਾਦਾ ਫੜਾਇਆ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਜਿਹੜੇ ਪ੍ਰਸ਼ਾਦੇ ਫੁਲਕੇ ਸਾਨੂੰ ਆਪਣੇ ਹੱਥ ਵਿੱਚ ਲਏ ਤੇ ਛਕਣ ਲੱਗ ਗਏ। ਭਗਤ ਜਾਨ ਨਿਜ ਅਚਵਨ ਕੀਨੋ। ਕਹਿਣ ਲੱਗੇ ਆਪਣਾ ਭਗਤ ਜਾਣ ਕੇ, ਆਪਣਾ ਪਿਆਰਾ ਜਾਣ ਕਰਕੇ ਭਾਈ ਝੰਡੇ ਨੂੰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹ ਭੋਜਨ ਜਿਹੜਾ ਸੀ ਛਕਣਾ ਕੀਤਾ ਹੈ। ਏਕੋ ਸੰਤ ਹੋਏ ਜਹ ਥਾਈ। ਕਹਿਣ ਲੱਗੇ ਕਿਉਂਕਿ ਉਹ ਜਿਸ ਥਾਂ ਕੋਈ ਚੰਗਾ ਸੰਤ ਹੋਵੇ ਨਾ, ਕੋਈ ਰੱਬ ਦਾ ਪਿਆਰਾ ਹੋਵੇ, ਕੋਈ ਭਜਨੀਕ ਪੁਰਸ਼ ਹੋਵੇ, ਬੰਦਗੀ ਵਾਲਾ ਹੋਵੇ, ਗੁਰਾਂ ਨੂੰ ਪਿਆਰ ਕਰਨ ਵਾਲਾ ਹੋਵੇ, ਟਹਿਠਾ ਪ੍ਰਭ ਜੀ ਭੋਜਨ ਖਾਏ। ਭਾਈ ਵਾਲਾ ਜੀ ਕਹਿੰਦੇ ਮਹਾਰਾਜ ਸਾਹਿਬ ਜੀ ਜਿੱਥੇ ਕੋਈ ਉਹਨਾਂ ਦੇ ਪਿਆਰ ਵਾਲਾ ਹੁੰਦਾ ਸੀ, ਕੋਈ ਸੰਤ ਹੁੰਦਾ ਸੀ ਨਾ, ਕਹਿਣ ਲੱਗੇ ਉੱਥੇ ਮਹਾਰਾਜ ਸਾਹਿਬ ਜੀ ਬੜੀ ਰੀਝ ਦੇ ਨਾਲ, ਬੜੇ ਪਿਆਰ ਦੇ ਨਾਲ ਪ੍ਰਸ਼ਾਦਾ ਛਕਦੇ ਸਨ। ਨਾਤੁਰ ਪੌਣ ਆਹਾਰੀ ਰਹੇ। ਕਹਿਣ ਲੱਗੇ ਨਹੀਂ ਤਾਂ ਪੌਣ ਆਹਾਰੀ ਹੀ ਰਹੇ ਸੱਚੇ ਪਾਤਸ਼ਾਹ ਜੀ, ਹਰ ਇੱਕ ਥਾਂ ਤੇ ਪ੍ਰਸ਼ਾਦਾ ਨਹੀਂ ਛਕਿਆ ਮਹਾਰਾਜ ਜੀ ਨੇ। ਜਿੱਥੇ ਕੋਈ ਪਿਆਰ ਵਾਲਾ ਆਇਆ, ਕੋਈ ਸੰਤ ਜਨ ਆਇਆ, ਕਹਿਣ ਲੱਗੇ ਉਹਦੇ ਕੋਲ ਸਤਿਗੁਰੂ ਨੇ ਮੰਗ ਕੇ ਵੀ ਪ੍ਰਸ਼ਾਦਾ ਛਕ ਲਿਆ ਹੈ। ਜੋ ਕਿੰਕਰ ਕੇ ਕਲਮਲ ਰਹੇ। ਕਹਿਣ ਲੱਗੇ ਉਹ ਸਤਿਗੁਰੂ ਜੀ ਜਿਹੜੇ ਆਪਣੇ ਦੀਨਾਂ ਦੇ, ਆਪਣੇ ਪਿਆਰਿਆਂ ਦੇ ਪਾਪ ਹਰਨ ਵਾਲੇ ਹਨ। ਅਚਬਿਓ ਅਰਧ ਅਸਨ ਗੁਰੂ ਜਬਹੀ। ਕਹਿਣ ਲੱਗੇ ਜਦੋਂ ਪ੍ਰਸ਼ਾਦਾ ਮਹਾਰਾਜ ਸਾਹਿਬ ਜੀ ਦੇ ਹਿੱਸੇ ਦਾ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਅੱਧਾ ਛਕ ਲਿਆ, ਉਹਨਾਂ ਝੰਡੇ ਕੋ ਦਿਨੋ ਤਬਹੀ। ਫਿਰ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ, ਸੱਚੇ ਪਾਤਸ਼ਾਹ ਜੀ ਨੇ ਅੱਧਾ ਪ੍ਰਸ਼ਾਦਾ ਛਕ ਕਰਕੇ ਫਿਰ ਅੱਧਾ ਜਿਹੜਾ ਪ੍ਰਸ਼ਾਦਾ ਬਚਿਆ ਉਹ ਸੀਤ ਪ੍ਰਸ਼ਾਦ ਕਹਿੰਦੇ ਭਾਈ ਝੰਡੇ ਨੂੰ ਦੇਣਾ ਕੀਤਾ ਮਹਾਰਾਜ ਜੀ ਨੇ। ਦੋਹਰਾ ਹਿਤ ਕਰ ਕਿਨੋ ਖਾਨ ਤਿਨ ਖੁੱਲੇਗੇ ਬਿਕਟ ਕਪਾਟ। ਉਹਨੇ ਸੀਤ ਪ੍ਰਸ਼ਾਦ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ, ਦਿੱਤਾ ਹੈ ਆਪਣੀ ਭਾਵਨਾ ਦੇ ਨਾਲ, ਕਿਰਪਾ ਵਰਤਾਈ ਸੱਚੇ ਪਾਤਸ਼ਾਹ ਜੀ ਨੇ। ਮਹਾਰਾਜ ਸਾਹਿਬ ਜੀ ਨੇ ਸੀਤ ਪ੍ਰਸ਼ਾਦ ਕਹਿਣ ਲੱਗੇ ਜਦੋਂ ਦਿੱਤਾ, ਭਾਈ ਝੰਡੇ ਨੂੰ ਇਹ ਹੁਕਮ ਕੀਤਾ ਵੀ ਭਾਈ ਝੰਡੇ ਇਹ ਜਿਹੜਾ ਪ੍ਰਸ਼ਾਦ ਹੈ ਤੂੰ ਛਕ ਲੈ। ਕਹਿਣ ਲੱਗੇ ਜਦੋਂ ਉਹਨੇ ਛਕਿਆ, ਕਹਿਣ ਲੱਗੇ ਗੁਰਾਂ ਦੀ ਕਿਰਪਾ ਵਰਤੀ, ਉਸ ਦੇ ਜਿਹੜੇ ਅੰਦਰਲੇ ਕਪਾਟ ਸਨ ਖੁੱਲ ਗਏ। ਭਰਮ ਮੋਹ ਕੋ ਨਸ਼ਟ ਕੀਏ ਦਵੈਤੇ ਸੰਕਰ ਕਾਟ। ਸੰਸਾਰ ਦੇ ਵਿੱਚ ਭਰਮ ਏਡਾ ਵੱਡਾ ਹੈ ਸਾਧ ਸੰਗਤ ਜੀ, ਸਭ ਕੁਝ ਵੇਖੋ ਸਾਨੂੰ ਪਤਾ ਹੈ ਵੀ ਸਾਡਾ ਸਰੀਰ ਨਾਸ਼ਵਾਨ ਹੈ, ਇੱਕ ਦਿਨ ਅਸੀਂ ਮਰ ਜਾਣਾ ਹੈ, ਪਰ ਫਿਰ ਵੀ ਇਹ ਮਨ ਟਿਕਾਣੇ ਨਹੀਂ ਆਉਂਦਾ। ਕਿੱਡਾ ਵੱਡਾ ਭਰਮ ਹੈ। ਦੁਨੀਆ ਦੇ ਵਿੱਚ ਵਿਚਰ ਕੇ ਸਾਰਾ ਕੁਝ ਹੀ ਸੱਚਾ ਲੱਗਦਾ ਹੈ, ਸਾਰਾ ਕੁਝ ਹੀ ਸੱਚਾ ਵਿਆਪ ਰਿਹਾ ਹੈ। ਇਉਂ ਲੱਗਦਾ ਹੈ ਕਿ ਇੱਥੋਂ ਅਸੀਂ ਜਾਣਾ ਹੀ ਨਹੀਂ ਹੈ, ਇਉਂ ਲੱਗਦਾ ਹੈ ਵੀ ਇੱਥੇ ਅਸੀਂ ਬੜਾ ਸਮਾਂ ਰਵਾਂਗੇ। ਮਹਾਰਾਜ ਸਾਹਿਬ ਗੁਰੂ ਤੇਗ ਬਹਾਦਰ ਜੀ ਕਹਿੰਦੇ ਆ, ਇੱਕ ਬਿਨਸ ਹੈ, ਇੱਕ ਅਸਥਿਰ ਮਨ ਹੈ। ਦੁਨੀਆ ਦੇ ਵਿੱਚ ਜੋ ਸੰਸਕਾਰ ਹੁੰਦਾ ਹੈ, ਕਹਿਣ ਲੱਗੇ ਉਹਦੇ ਆਲੇ ਦੁਆਲੇ ਖਲੋਤੇ ਹੋਏ ਬੰਦੇ ਸੋਚਦੇ ਆ ਇਹ ਮਰਿਆ, ਅਸੀਂ ਥੋੜੀ ਨਾ ਮਰਨਾ, ਸਾਡਾ ਤਾਂ ਹਜੇ ਬਹੁਤ ਟਾਈਮ ਪਿਆ। ਇੱਕ ਕਹਿਣ ਲੱਗੇ ਬਿਨਸ ਗਿਆ, ਇੱਕ ਆਪਣੇ ਆਪ ਨੂੰ ਸੋਚ ਰਿਹਾ, ਸੰਸਕਾਰ ਕਰਕੇ ਕਹਿੰਦਾ ਬੰਦਾ ਚਲੋ ਛੇਤੀ ਕੰਮ ਨਿਬੜਿਆ, ਹੁਣ ਆਪਾਂ ਫਲਾਣਾ ਕੰਮ ਕਰੀਏ, ਨਾਲੇ ਕੱਲ ਨੂੰ ਆਪਾਂ ਫਲਾਣੀ ਥਾਂ ਤੇ ਵੀ ਜਾਣਾ, ਮਹੀਨੇ ਬਾਅਦ ਉੱਥੇ ਵੀ ਜਾਣਾ। ਵੇਖ ਰਿਹਾ ਹੈ ਸਾਰਾ ਕੁਝ, ਪਰ ਏਡਾ ਵੱਡਾ ਭਰਮ ਹੈ ਗੁਰੂ ਪਿਆਰਿਓ, ਇਹ ਖਤਮ ਨਹੀਂ ਹੋ ਰਿਹਾ। ਮਹਾਰਾਜ ਸਾਹਿਬ ਜੀ ਨੇ ਜਦੋਂ ਕਿਰਪਾ ਕੀਤੀ, ਫਿਰ ਭਰਮ ਖਤਮ ਹੋਇਆ, ਯਕੀਨ ਹੋ ਗਿਆ ਵੀ ਮੌਤ ਨੇੜੇ ਹੈ, ਮੌਤ ਨੇ ਕਦੀ ਵੀ ਆ ਜਾਣਾ ਹੈ। ਕਹਿਣ ਲੱਗੇ ਭਰਮ ਤੇ ਮੋਹ ਜਿਹੜਾ ਸੀ, ਜਿਸ ਮੋਹ ਕਰਕੇ ਸਾਰੇ ਆਪਣੇ ਲੱਗਦੇ ਆ ਸਾਧ ਸੰਗਤ ਜੀ, ਉਹ ਫਿਰ ਸਮਝ ਆ ਗਈ, ਸੂਝ ਆ ਗਈ। ਚੌਪਏ ਟਿਕ ਗਈ ਬ੍ਰਿਤ ਸਮਾਦ ਲਗਾਈ। ਕਹਿਣ ਲੱਗੇ ਭਰਮ ਤੇ ਮੋਹ ਨਾਸ ਹੋਏ, ਦ્વੈਤ ਦੇ ਸੰਗਲ ਜਿਹੜੇ ਗੁਪਤ ਸਨ ਉਹ ਵੀ ਨਾਸ ਹੋਏ। ਫਿਰ ਕਹਿਣ ਲੱਗੇ ਉਹਨਾਂ ਦੀ ਟਿਕੀ ਗਈ ਬ੍ਰਿਤ ਸਮਾਧ ਲਗਾਈ। ਗੁਰੂ ਜੀ ਦਾ ਸੀਤ ਪ੍ਰਸ਼ਾਦ ਛਕ ਕਰਕੇ ਦੋਵਾਂ ਦੀ ਸਮਾਧੀ ਲੱਗ ਗਈ। ਭਇਓ ਵਿਦੇਹ ਨਾ ਸੁਧ ਤਨ ਕਾਈ। ਹੁਣ ਵਿਦੇਹ ਬਿਰਤੀ ਹੋ ਗਈ, ਸਰੀਰ ਦੀ ਸੁੱਧ ਬੁੱਧ ਨਾ ਰਹੀ, ਆਤਮਾ ਉਸ ਆਨੰਦ ਦੇ ਵਿੱਚ ਚਲੀ ਗਈ ਜਿਸ ਆਨੰਦ ਦੇ ਵਿੱਚ ਸਰੀਰ ਦੀ ਸੋਝੀ ਨਹੀਂ ਰਹੀ। ਥੋੜਾ ਥੋੜਾ ਆਨੰਦ ਮਹਾਰਾਜ ਸਾਹਿਬ ਜੀ ਕਦੀ ਸਾਨੂੰ ਵੀ ਬਖਸ਼ਿਸ਼ ਕਰਦੇ ਆ, ਕਿਰਪਾ ਕਰ ਦਿੰਦੇ ਆ। ਕਈ ਵਾਰੀ ਸੰਗਤ ਵਿੱਚ ਬੈਠਿਆਂ ਪਤਾ ਹੀ ਨਹੀਂ ਲੱਗਦਾ ਕਿੰਨਾ ਟਾਈਮ ਲੰਘ ਗਿਆ।
ਪਤਾ ਹੀ ਨਹੀਂ ਲੱਗਦਾ ਕਿੰਨਾ ਸਮਾਂ ਬਤੀਤ ਹੋ ਗਿਆ। ਕਈ